प्यारे दर्शकों, ਤੁਹਾਡਾ ਇਸ ਸ਼ੋਅ ਵਿੱਚ ਸਵਾਗਤ ਹੈ। ਇਸ ਸ਼ੋਅ ਵਿੱਚ ਸਾਡੇ ਨਾਲ ਉੱਘੀ ਚਿੰਤਕ ਪ੍ਰੋਫੈਸਰ ਕਮਲਜੀਤ ਕੌਰ ਢਿੱਲੋਂ ਉਹਨਾਂ ਨਾਲ ਇੱਕ ਨਵਾਂ ਜਿਹੜਾ ਪੰਜਾਬ ਨੂੰ ਸੰਕਟ ਦਰਪੇਸ਼ ਹੈ ਉਹਦੇ ਬਾਰੇ ਚਰਚਾ ਕਰਾਂਗੇ। ਉਹ ਸੰਕਟ ਇਹ ਹੈ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਆਈਲੈਟ ਕਰਕੇ ਵਿਦੇਸ਼ਾਂ 'ਚ ਜਾ ਰਹੀਆਂ ਤੇ ਵਿਦੇਸ਼ਾਂ ਦੇ ਜਾਣ ਦੇ ਵਿੱਚ ਉਹਨਾਂ ਦੇ ਜਿਹੜੇ ਘਰਾਂ 'ਚ ਰਿਸ਼ਤੇ ਹੁੰਦੇ ਆ, ਉਹਨਾਂ ਦਾ ਸਹੁਰਾ ਪਰਿਵਾਰ ਉਹ ਮਦਦ ਕਰਦਾ, ਉਹਨਾਂ ਨੂੰ ਆਪਣੀ ਜ਼ਮੀਨ ਗਹਿਣੇ ਪਾ ਕੇ ਜਾਂ ਕਿਸੇ ਕਰਜ਼ਾ ਲੈ ਕੇ, ਤੇ ਅਲਟੀਮੇਟਲੀ ਜਿਹੜੀਆਂ ਕੁੜੀਆਂ ਵਿਦੇਸ਼ ਜਾਂਦੀਆਂ ਉਹ ਇੱਕ ਨਵੇਂ ਸੰਸਾਰ ਦੇ ਵਿੱਚ, ਇੱਕ ਨਵੇਂ ਦੇਸ਼ ਦੇ ਵਿੱਚ ਵਿਚਰਦੀਆਂ ਨੇ ਤੇ ਉੱਥੋਂ ਦੀਆਂ ਸਮੱਸਿਆਵਾਂ ਨਾਲ ਦੋ ਚਾਰ ਹੁੰਦੀਆਂ ਉਹਨਾਂ ਨੂੰ ਉੱਥੇ ਨਵੇਂ ਦੋਸਤ ਮਿਲ ਜਾਂਦੇ ਆ। ਉਹ ਫਿਰ ਪਿਛਲਾ ਜਿਹੜੇ ਸਹੁਰਿਆਂ ਨੇ ਉਹਦੇ ਲਈ ਪੈਸਾ ਖਰਚਿਆ ਹੁੰਦਾ ਉਹਨਾਂ ਨੂੰ ਭੁੱਲ ਭੁਲਾ ਜਾਂਦੀਆਂ ਤੇ ਇਹਦੇ ਨਾਲ ਇੱਕ ਨਵਾਂ ਕਿਸਮ ਦਾ ਸੰਕਟ ਜਿਹੜਾ ਪੰਜਾਬ ਦੇ ਵਿੱਚ ਆ ਰਿਹਾ। ਇਹਨਾਂ ਕਰਕੇ ਇੱਕ ਮੁੰਡਾ ਜਿਹੜਾ ਬਰਨਾਲੇ ਵਾਲੇ ਪਾਸੇ ਉਹ ਪਿਛਲੇ ਦਿਨੀ ਖੁਦਕੁਸ਼ੀ ਕਰ ਗਿਆ ਤੇ ਇੱਕ ਦਿਨ ਪਹਿਲਾਂ ਜਿਹੜੀ ਆ ਪੰਜਾਬ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ ਉਹ ਬਰਨਾਲੇ ਗਏ ਸੀਗੇ। ਉੱਥੇ ਮੇਰੇ ਖਿਆਲ 3 ਦਰਜਨ ਦੇ ਕਰੀਬ ਇਹੋ ਜਿਹੇ ਹੋਰ ਮਾਮਲੇ ਵੀ ਆਏ ਜਿਹਦੇ ਵਿੱਚ ਲੜਕਿਆਂ ਨੇ, ਉਹਨਾਂ ਦੇ ਮਾਂ-ਬਾਪ ਨੇ ਉਹਦੇ ਤੱਕ ਪਹੁੰਚ ਕੀਤੀ ਵੀ ਅਸੀਂ ਵੀ ਇਸੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਅਸੀਂ ਵੀ ਪੈਸਾ ਖਰਚਿਆ ਹੋਇਆ ਤੇ ਉਹ ਪੈਸਾ ਜਿਹੜਾ ਨਾ ਕੁੜੀ ਹੁਣ ਵਾਪਸ ਆ ਰਹੀ, ਨਾ ਕੁੜੀ ਸੰਪਰਕ ਕਰ ਰਹੀ ਹੈ ਤੇ ਸਾਡਾ ਪੈਸਾ ਮੁੜਵਾਇਆ ਜਾਵੇ ਜਾਂ ਸਾਡਾ ਸੰਕਟ ਹੱਲ ਕੀਤਾ ਜਾਵੇ। ਇਹ ਪੰਜਾਬ ਨੂੰ ਜਿਹੜਾ ਸੰਕਟ ਪੇਸ਼ ਹੋ ਰਿਹਾ, ਨਵੀਂ ਕਿਸਮ ਦਾ ਸੰਕਟ ਹੈ। ਇਹ ਸੰਕਟ ਬਿਲਕੁਲ ਹੀ ਨਵਾਂ ਨਹੀਂਗਾ, ਪਹਿਲਾਂ ਵੀ ਇਹ ਇੱਕ ਵੱਖਰੇ ਰੂਪ ਦੇ ਵਿੱਚ ਸੰਕਟ ਆਇਆ ਸੀਗਾ ਤੇ ਅਸੀਂ ਜਾਣਨਾ ਚਾਹਾਂਗੇ ਕਿ ਕਮਲਜੀਤ ਢਿੱਲੋਂ ਕੋਲੋਂ, ਉਹਨਾਂ ਨੇ ਵਿਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਰਹੇ ਆ, ਉਹ ਸੋਸ਼ਲ ਵਰਕ ਦੇ ਤੌਰ ਤੇ ਵੀ ਇਹਨਾਂ ਇਸ਼ੂ ਨਾਲ, ਇਸ ਇਸ਼ੂ ਨਾਲ ਡੀਲ ਕਰਦੇ ਰਹੇ, ਉਹਨਾਂ ਦਾ ਕੀ ਅਨੁਭਵ ਹੈ? ਸ਼ੁਕਰੀਆ ਜੰਮੂ ਜੀ, ਆਪਣੇ ਦਰਸ਼ਕਾਂ ਦੇ ਸਰੋਤਿਆਂ ਦੇ ਰੂਬਰੂ ਕਰਨ ਲਈ। ਇਹ ਪੰਜਾਬ ਦੇ ਵਿੱਚ ਇੱਕ ਨਵੀਂ ਕਿਸਮ ਦਾ ਸੰਕਟ ਨਹੀਂ ਹੈ, ਇਹ ਬੜਾ ਪੁਰਾਣਾ ਸੰਕਟ ਹੈ ਜਿਹੜਾ ਸਾਡਾ ਸਮਾਜਿਕ ਤਵਾਜ਼ਨ ਦੇ ਵਿੱਚ, ਖਾਸ ਕਰਕੇ ਸਾਡੀਆਂ ਜਿਹੜੀਆਂ ਫੈਮਲੀਜ਼, ਸਾਡੇ ਰਿਲੇਸ਼ਨ ਹੈ ਉਹਦੇ ਵਿੱਚ ਮੁੱਢਾਂ ਤੋਂ, ਖਾਸ ਕਰਕੇ 90s ਤੋਂ ਬਾਅਦ ਜਦੋਂ ਨਿਊ ਇਕਨੋਮਿਕ ਪਾਲਿਸੀ ਆਈ ਹੈ ਉਸ ਤੋਂ ਬਾਅਦ ਇਹ ਗਹਿਰਾ ਸੰਕਟ ਹੋਇਆ। ਪਹਿਲੀ ਗੱਲ ਤੇ ਇਹ ਹੈ ਕਿ ਮਨੁੱਖ ਦੀ ਪ੍ਰਵਿਰਤੀ ਜਿਹੜੀ ਹੈ ਪ੍ਰਵਾਸ ਕਰਨ ਦੀ ਬਹੁਤ ਸਦੀਆਂ ਤੋਂ ਰਹੀ ਹੈ। ਪ੍ਰਵਾਸ ਦੇ ਵੱਖਰੇ ਵੱਖਰੇ ਜਿਹੜੇ ਸਾਡੇ ਢੰਗ ਤਰੀਕੇ ਸੀ ਜਾਂ ਕਾਰਨ ਸੀ ਜਾਂ ਉਹਦੀ ਪ੍ਰਵਿਰਤੀ ਵੱਖਰੀ ਸੀ, ਪਰ ਜਿਉਂ-ਜਿਉਂ ਪੰਜਾਬ ਦੇ ਵਿੱਚ ਸੰਕਟ, ਆਰਥਿਕ ਸੰਕਟ ਗਹਿਰਾ ਹੁੰਦਾ ਗਿਆ ਤੇ ਇੱਥੇ ਸਾਡੀਆਂ ਨੌਕਰੀਆਂ ਤੇ ਸਾਡਾ ਜਿਹੜਾ ਹੋਰ ਸਾਰੇ ਸਾਡੇ ਉਪਜੀਵਕਾ ਦੇ ਜਿਹੜੇ ਸਾਧਨ ਹੈ ਉਹ ਘਟੇ ਤੇ ਮਨੁੱਖ ਨੇ, ਖਾਸ ਕਰਕੇ ਸਾਡੇ ਮੁੰਡਿਆਂ ਨੇ, ਬਾਹਰ ਵਿਦੇਸ਼ਾਂ ਵੱਲ ਨੂੰ ਰੁਖ ਕੀਤਾ ਤੇ ਜਦੋਂ ਉਹ ਵਿਦੇਸ਼ਾਂ ਵੱਲ ਨੂੰ ਜਾ ਰਹੇ ਨੇ ਤੇ ਫਿਰ ਉੱਥੇ ਚੰਗੇ ਜੀਵਨ ਦੀ ਤਾਂਘ ਦੇ ਵਿੱਚ ਜਾਂਦੇ ਨੇ। ਜਿਹੜਾ ਅਜੋਕੇ ਸਮੇਂ ਦੀ, ਜਿਹੜੀ ਹੁਣ ਪਿਛਲੇ ਕੁਝ ਦਿਨਾਂ ਤੋਂ ਸੰਕਟ ਦੀ ਤੁਸੀਂ ਗੱਲ ਕੀਤੀ ਹੈ, ਇਹ ਸੰਕਟ ਜਿਹੜਾ ਹੈ, ਇਸ ਤੋਂ ਪਹਿਲਾਂ ਜੇ ਥੋੜਾ ਜਿਹਾ ਆਪਾਂ ਧਿਆਨ ਕਰੀਏ, ਜਿਹੜਾ ਪੰਜਾਬੀ, ਖਾਸ ਕਰਕੇ ਸਿੱਖ ਤੇ ਜਾਂ ਸਾਊਥ ਏਸ਼ੀਅਨ, ਇਹ NRI ਮੈਰਿਜ ਕਰਕੇ ਕੈਨੇਡਾ ਦੇ ਵਿੱਚ ਬਦਨਾਮ ਨੇ ਤੇ ਉੱਥੇ ਸਰਕਾਰਾਂ ਨੂੰ, ਕਿਉਂਕਿ ਮੈਨੂੰ ਉੱਥੇ ਕਾਫੀ ਜਿਹੜੀਆਂ ਸਾਡੀਆਂ ਸੋਸ਼ਲ ਏਜੰਸੀਜ਼ ਨੇ ਜਾਂ ਕਾਉਂਸਲਿੰਗ ਦੇ ਵਿੱਚ, ਸੋਸ਼ਲ ਵਰਕ ਦੀ ਚ ਮੈਂ ਕਾਫੀ ਜਿਹੜਾ ਮੈਂ ਕੰਮ ਕੀਤਾ ਹੈ ਤੇ ਉੱਥੇ ਇੱਕ ਸਮਾਂ ਐਸਾ ਆਇਆ ਜਦੋਂ 98-99 ਦੇ ਵਿੱਚ ਸਰਕਾਰਾਂ ਨੇ, ਕੈਨੇਡੀਅਨ ਸਰਕਾਰ ਨੇ ਕਾਨੂੰਨ ਬਦਲੇ ਕਿ ਜਦੋਂ ਅਸੀਂ ਪੇਪਰ ਮੈਰਿਜ ਕਰਕੇ, ਜਾਲੀ ਵਿਆਹ ਕਰਕੇ ਅਸੀਂ ਉੱਥੇ ਜਾਂਦੇ ਸੀ। ਇੱਕ ਸਮੇਂ ਤਾਂ ਭੈਣ ਭਾਈ ਵੀ ਮੈਰਿਜ ਕਰਕੇ ਇਹੋ ਜਿਹੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਸੀਗੇ। ਹਾਂਜੀ, ਇੱਕ ਮੈਨੂੰ ਬੜੇ ਇਹ ਸਾਨੂੰ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਧਾਰਮਿਕ ਆਗੂ ਨੇ ਆਪਣੀ ਬੇਟੀ ਨਾਲ ਸ਼ਾਦੀ ਕੀਤੀ। ਇਹ ਕੋਈ 20 ਸਾਲ ਪਹਿਲਾਂ ਦੀ ਗੱਲ ਹੈ ਤੇ ਉਹ ਜਦੋਂ ਫਿਰ ਦੂਜੀ ਵਾਰ ਉਸਦੀ ਬੇਟੀ ਦੀ ਸ਼ਾਦੀ ਅਸਲੀ ਦੇ ਵਿੱਚ ਕੀਤੀ ਤੇ ਉਹ ਜਦੋਂ ਵੀਡੀਓ ਸਾਹਮਣੇ ਆਈਆਂ ਤੇ ਉਹਨੂੰ ਫਿਰ ਜੇਲ੍ਹ ਯਾਤਰਾ ਕਰਨੀ ਪਈ ਉਸ ਧਾਰਮਿਕ ਆਗੂ ਨੂੰ। ਤੇ ਜਿਹੜਾ ਅੱਜ ਦਾ ਜਿਹੜਾ ਮਸਲਾ ਹੈ, ਇਹ ਇੱਕ ਕਹਿਰਾ ਮਸਲਾ ਨਹੀਂ, ਇਹੋ ਜਿਹੇ ਅਨੇਕਾਂ ਮਸਲੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਤਜਾਰਤੀ ਵਿਆਹ ਨੇ। ਇਸ ਤਜਾਰਤੀ ਵਿਆਹਾਂ ਦੇ ਵਿੱਚ ਜਿਹੜਾ ਵਿਆਹ ਹੈ, ਇਹ ਦੋ ਮਨੁੱਖਾਂ ਦਾ ਆਪਸੀ ਜਿਹੜਾ ਕੰਟਰੈਕਟ ਹੁੰਦਾ ਹੈ। ਇਹ ਕੋਈ, ਅਸੀਂ ਇਸ ਨੂੰ ਜਿਹੜਾ ਕਹਿੰਦੇ ਆ ਨਾ, ਇਹ ਧੁਰੋਂ ਸੰਜੋਗ ਹੈ, ਇਹਦੇ ਉੱਤੇ ਵੀ ਸੱਟ ਮਾਰਦਾ ਇਸ ਗੱਲ ਨੂੰ। ਦੂਸਰੀ ਜਿਹੜੀ ਵੱਡੀ ਗੱਲ ਹੈ ਕਿ ਇਹ ਕੈਨੇਡਾ ਪਹੁੰਚਣ ਦੇ ਲਈ ਇਹ ਵਿਆਹ ਹੋ ਰਿਹਾ ਹੈ। ਦੋ ਮਨੁੱਖਾਂ ਨੇ ਵਿਆਹ ਸਾਥ ਦੇ ਵਿੱਚ, ਜੀਵਨ ਸਾਥ ਦੇ ਵਿੱਚ ਰਹਿਣ ਦਾ ਉਹਦੇ ਵਿੱਚ ਕੋਈ ਐਦ ਨਹੀਂ ਹੈ। ਕੁੜੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਦੋਨੇ ਧਿਰਾਂ ਕੈਨੇਡਾ ਜਾਣਾ ਚਾਹੁੰਦੀਆਂ ਜਾਂ ਵਿਦੇਸ਼ ਜਾਣਾ ਚਾਹੁੰਦੀਆਂ। ਹਾਂ, ਦੋਨੇ ਧਿਰਾਂ ਕੈਨੇਡਾ ਜਾਣਾ ਚਾਹੁੰਦੀਆਂ
ਤੇ ਦੋਨੋਂ ਹੀ ਠੱਗੀ ਕਰ ਰਹੀਆਂ ਨੇ। ਪਹਿਲਾਂ ਮੁੰਡੇ ਵਾਲਿਆਂ ਨੇ ਠੱਗੀਆਂ ਕੀਤੀਆਂ ਤੇ ਸਾਡੀਆਂ ਅਨੇਕਾਂ ਹੀ ਸੈਂਕੜੇ ਔਰਤਾਂ ਜਿਹੜੀਆਂ ਇੱਥੇ ਕੁੜੀਆਂ ਨੌਜਵਾਨ ਜਿਹੜੀਆਂ ਬੁੱਢੀਆਂ ਹੋ ਗਈਆਂ ਨੇ, ਈਵਨ ਕਿ ਇੱਕ 25 ਸਾਲ ਤੋਂ ਵੇਟ ਕਰ ਰਹੀ ਔਰਤ ਮੇਰੇ ਸੰਪਰਕ ਚ ਆਈ, ਜਾਂ ਦੋ ਬੱਚੇ ਤਿੰਨ ਬੱਚੇ ਹੋ ਗਏ, ਜਾਂ ਜਿਹਨੂੰ ਅਸੀਂ ਹਨੀਮੂਨ ਮੈਰਿਜ ਕਿਹਾ ਸੀ 2000 ਦੇ ਵਿੱਚ, 1990 ਤੋਂ 2000 ਤੱਕ ਉਹ ਹਨੀਮੂਨ ਮੈਰਿਜ। ਤੇ ਉਸ ਤੋਂ ਬਾਅਦ ਫਿਰ ਇੱਕ ਦੌਰ ਆਇਆ ਜਦੋਂ ਪੇਪਰ ਮੈਰਿਜ ਹੋਣ ਲੱਗੀ, ਜੀ ਅਸੀਂ ਜਾਲੀ ਵਿਆਹ ਕੀਤਾ, ਇਹ ਮੁੰਡਾ ਜਾਂ ਕੁੜੀ ਜਿਹੜਾ ਉਧਰ ਲੈ ਜਾਏਗਾ, ਫਿਰ ਅਸੀਂ ਛੱਡ ਦਿਆਂਗੇ, ਫਿਰ ਉਹ ਆਪਣਾ ਵਿਆਹ ਕਰਾ ਕੇ ਲੈ ਜਾਏਗਾ। ਇੱਕ ਜਗਰਾਉਂ ਨੇੜੇ ਦਾ ਕੇਸ ਮੇਰੇ ਕੋਲ ਆਇਆ ਸੀ, ਜਿਹਦੇ ਵਿੱਚ ਬਹੁਤ ਹੀ ਟੀਡੀਅਸ ਕੇਸ ਸੀ, ਤੇ ਉਹਦੇ ਪਿਓ ਨੇ ਖੁਦਕੁਸ਼ੀ ਕੀਤੀ ਕਿਉਂਕਿ ਮੁੰਡੇ ਵਾਲਿਆਂ ਨੇ ਵੀ ਠੱਗੀ ਕੀਤੀ ਉਹਨਾਂ ਨਾਲ, ਕੁੜੀ ਵਾਲਿਆਂ ਨੇ ਵੀ। ਉਹ ਜਿਹੜਾ ਬੱਟੇ ਸੱਟੇ ਦੇ ਵਿਆਹ ਵੀ ਹੋਣੇ ਸ਼ੁਰੂ ਹੋਏ। ਸੋ ਜਿਹੜਾ ਇਹ ਬਰਨਾਲੇ ਵੱਲ ਦਾ ਧਨੌਲੇ ਦਾ ਕੇਸ ਹੈ, ਇਹ ਕੇਸ ਜਿਹੜਾ ਮੈਂ ਇਹ ਕਹਿੰਦੀ ਆ ਕਿ ਜਿੰਨੀ ਦੇਰ ਤੱਕ ਸਾਡੇ ਮਾਪੇ ਆਪਣੇ ਬੱਚਿਆਂ ਨੂੰ ਆਪਣਾ ਜੀਵਨ ਸਾਥ ਚੁਣਨ ਦਾ ਅਧਿਕਾਰ ਨਹੀਂ ਦਿੰਦੇ, ਤੇ ਜਿੰਨੀ ਦੇਰ ਤੱਕ ਸੌਦੇਬਾਜ਼ੀ ਦਾ ਇਹ ਹੋਏਗਾ, ਉਨੀ ਦੇਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿਣੀਆਂ। ਤੀਸਰੀ ਗੱਲ ਜਿਹੜੀ ਇਹਦੇ ਵਿੱਚ ਬੜੀ ਅਹਿਮ ਹੈ ਕਿ ਤੁਸੀਂ ਇਹ ਦੇਖਿਆ ਹੋਣਾ ਕਿ ਮੁੰਡੇ ਨੂੰ ਬਾਹਰ ਭੇਜਣ ਲਈ ਤਾਂ ਮਾਂ ਪਿਓ ਜ਼ਮੀਨ ਦਾ ਕਿੱਲਾ ਗਹਿਣੇ ਤੇ ਵੇਚ ਦਿੰਦੇ ਆ, ਪਰ ਉਸ ਦੇ ਐਟ ਦਾ ਵੈਰੀ ਸੇਮ ਟਾਈਮ ਜਦੋਂ ਅਸੀਂ ਜਿਹੜਾ ਵੂਮਨ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨ ਲੜਕੀਆਂ ਨੂੰ ਭੇਜਣਾ ਹੁੰਦਾ, ਜਦੋਂ ਅਸੀਂ ਇਹ ਕਹਿੰਦੇ ਆ ਕਿ ਔਰ ਲੜਕੀ ਨੂੰ ਪ੍ਰਾਪਰਟੀ ਰਾਈਟਸ ਦਿਓ, ਤੇ ਉੱਥੇ ਲੜਕੀ ਦੇ ਘਰ ਦੇ ਵਿੱਚ ਵੀ ਸਾਡੇ 10 ਏਕੜ 15 ਏਕੜ ਜ਼ਮੀਨ ਵਾਲਾ ਜਿਹੜਾ ਮਾਂ-ਬਾਪ ਹੈ, ਉਹ 1 ਏਕੜ ਵੇਚ ਕੇ ਲੜਕੀ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦਾ। ਉਹ ਚਾਹੁੰਦਾ ਹੈ ਕਿ ਲੜਕੇ ਵਾਲੇ ਪੈਸੇ ਲਾਣ, ਤੇ ਮੈਂ ਜੇ ਲੜਕੀ ਨੂੰ ਪ੍ਰਾਪਰਟੀ ਰਾਈਟਸ ਦਿੱਤੇ ਹੁੰਦੇ ਤੇ ਲੜਕੀ ਨੂੰ ਅਸੀਂ ਬਰਾਬਰ ਦਾ ਸਮਝਿਆ ਹੁੰਦਾ। ਮੈਂ ਇੱਥੇ ਵੀ ਗੱਲ ਕਹਾਂਗੀ ਕਿ ਲੜਕੀ ਤੇ ਲੜਕੇ ਨੂੰ ਬਰਾਬਰ ਦਾ ਸਾਡੇ ਪਰਿਵਾਰਾਂ ਦੇ ਵਿੱਚ ਨਹੀਂ ਸਮਝਿਆ ਜਾਂਦਾ, ਤੇ ਲੜਕੀ ਦੇ ਉੱਤੇ ਮਾਂ-ਬਾਪ 1 ਏਕੜ ਵੇਚ ਕੇ ਉਹਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ। ਅਗਰ ਉਹਨਾਂ ਨੇ ਵਿਦੇਸ਼ ਭੇਜਣਾ ਹੈ, ਬਾਹਰ ਉਹਨੂੰ ਸੈਟਲ ਕਰਨਾ ਹੈ, ਤੇ ਉਹ ਆਪਣਾ 1 ਏਕੜ ਜੋ ਵੀ ਜ਼ਮੀਨ ਜਾਇਦਾਦ ਆ ਉਹ ਵੇਚ ਕੇ ਲੜਕੀ ਨੂੰ ਭੇਜਣ, ਤੇ ਉਹ ਆਪਣੀ ਮਰਜ਼ੀ ਨਾਲ ਉੱਥੇ ਪੜ੍ਹਾਈ ਕਰੇ, ਆਪਣੀ ਉਪਜੀਵਕਾ ਦਾ ਸਾਧਨ ਕਰੇ, ਤੇ ਫਿਰ ਆ ਕੇ ਉਹ ਆਪਣੀ ਸ਼ਾਦੀ ਕਰੇ। ਸੋ ਇੱਥੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਵੀ ਸਾਹਮਣੇ ਦੇਖਣ ਨੂੰ ਮਿਲਦੀ ਹੈ। ਤੀਸਰੀ ਗੱਲ ਮੈਂ ਜਿਹੜੀ ਇੱਥੇ ਇੱਕ ਹੋਰ ਕਹਿਣਾ ਚਾਹੁੰਦੀ ਹਾਂ, ਜਿਹੜੀ ਆਪਾਂ ਅੱਗੇ ਜਾ ਕੇ ਵੀ ਇਹਨੂੰ ਗੱਲ ਕਰਾਂਗੇ, ਉਹ ਗੱਲ ਇਹ ਹੈ ਕਿ ਇੱਥੇ ਲੜਕੀ ਨੇ ਠੱਗੀ ਕੀਤੀ ਹੈ ਜਾਂ ਲੜਕੇ ਨੇ ਠੱਗੀ ਕੀਤੀ ਹੈ। ਜਿਸ ਦੇ ਕੋਲੇ ਪਾਵਰ ਹੈ ਉਹ ਠੱਗੀ ਕਰ ਰਿਹਾ। ਹੁਣ ਬਹੁਤ ਸਾਰੇ ਤੁਹਾਡੀ ਨੌਲੇਜ ਵੀ ਤੁਸੀਂ ਇਹਦੇ ਜਾਣਨ ਹੋਵੋਗੇ ਕਿ ਪੁਲਿਸ ਦੇ ਕੋਲੇ ਬਹੁਤ ਸਾਰੇ ਕੇਸ ਆਏ ਨੇ, ਜਿਹੜੇ ਕੇਸ ਦਰਜ ਨੇ ਕਿ ਲੜਕੀਆਂ ਉੱਥੇ ਰਹਿ ਗਈਆਂ। ਮੈਂ ਚਾਹੁੰਦੀ ਹਾਂ ਕਿ ਅਸੀਂ ਜਿਹੜੇ ਸਾਡੇ ਮਾਪੇ ਨੇ ਇੱਥੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਉੱਥੇ ਉਹਨੇ ਕਿਹੜਾ ਕੋਰਸ ਲਿਆ, ਉਹ ਕਿੱਥੇ ਕੀ ਆ, ਤੇ ਉਹਦੇ ਕੈਨੇਡਾ ਦੀ ਧਰਤੀ ਤੇ ਜਾ ਕੇ ਚੈਲੰਜ ਕੀ ਨੇ। ਹਾਂਜੀ ਮਤਲਬ ਪਰਿਵਾਰ ਬਿਨਾਂ ਜਾਣੇ ਹੀ ਮਤਲਬ ਇਹ ਭੇਜਣਾ ਚਾਹੁੰਦੇ ਵੀ ਉਧਰ ਜਾ ਕੇ ਰੁਜ਼ਗਾਰ ਲੱਭੇ, ਰੁਜ਼ਗਾਰ ਕਰੇ, ਉਹ ਆਪਣੇ ਮੰਗੇਤਰ ਨੂੰ ਜਾਂ ਆਪਣੇ ਪਤੀ ਨੂੰ ਮੰਗਾਏ, ਉਹਦੇ ਨਾਲ ਉਹਨਾਂ ਨੂੰ ਵੀ ਮੰਗਾ ਲੈ ਤਾਂ ਕਿ ਉਹ ਇਧਰੋਂ ਜਾ ਸਕਣ। ਮਤਲਬ ਇੱਕ ਜਰੀਆ, ਇੱਕ ਸਾਧਨ ਅਸੀਂ ਬਣਾ ਲਿਆ। ਮਤਲਬ ਹਾਂ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਕੈਨੇਡਾ ਦੀ ਧਰਤੀ ਦੇ ਉੱਤੇ ਸਾਡੀਆਂ ਨੌਜਵਾਨ ਕੁੜੀਆਂ ਨੂੰ ਦੇਖਦੀ ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਮਾਪੇ ਸਾਡੇ ਇੱਧਰ ਦੇ ਮਾਪੇ ਜਿਹੜੇ ਖਾਸ ਕਰਕੇ ਛੋਟੇ ਕਸਬਿਆਂ 'ਚ ਰਹਿੰਦੇ, ਪਿੰਡਾਂ 'ਚ ਰਹਿੰਦੇ ਆ, ਉਹ 10 ਜਾਂ 15 ਕਿਲੋਮੀਟਰ ਦੂਰ ਆਪਣੀ ਲੜਕੀ ਨੂੰ ਇਕੱਲਿਆਂ ਸ਼ਹਿਰ ਨਹੀਂ ਭੇਜਦੇ। ਮੇਰੇ ਨੌਲੇਜ ਦੇ ਵਿੱਚ ਕੇਸ ਆਇਆ ਸਾਡੇ ਰਿਸ਼ਤੇਦਾਰਾਂ ਦਾ, ਉਹਨਾਂ ਦੀ ਲੜਕੀ ਨੇ ਚੰਡੀਗੜ੍ਹ ਆਉਣਾ ਸੀ, ਤੇ ਉਹ ਕਹਿੰਦੇ ਜੀ ਉਹਦਾ ਭਰਾ ਵਿਹਲਾ ਨਹੀਂ ਸੀ, ਇਸ ਕਰਕੇ ਉਹ ਆ ਨਹੀਂ ਸਕੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੰਡੀਗੜ੍ਹ ਬੱਸ ਤੇ ਬਿਠਾਓ ਆਪਣੇ ਸ਼ਹਿਰ ਤੋਂ, ਚੰਡੀਗੜ੍ਹ ਪਹੁੰਚ ਜਾਏਗੀ। ਕਹਿੰਦੇ ਨਹੀਂ ਜੀ ਉਹ ਨਹੀਂ, ਪਰ ਉਹਦਾ ਜਿਹੜਾ ਉਹ ਆਈਲੈਟਸ ਕਰਾਉਣ ਦੇ ਲਈ ਉਹਦਾ ਪ੍ਰਬੰਧ ਕਰ ਰਹੇ ਸੀ ਕਿ ਉਹਨਾਂ ਨੇ ਕੈਨੇਡਾ ਭੇਜਣਾ। ਇੱਥੋਂ ਪਿੰਡ ਦੇ ਵਿੱਚੋਂ ਤੁਸੀਂ ਆਪਣੀ ਲੜਕੀ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਕਿ ਉਹ ਚੰਡੀਗੜ੍ਹ ਕੱਲੀ ਜਾ ਸਕੇ, ਤੇ ਫਿਰ ਉਹਨੂੰ ਤੁਸੀਂ ਮੋਸਟ ਐਡਵਾਂਸ ਜਿਹੜਾ ਸਿਸਟਮ ਹੈ, ਜਿਹੜਾ ਇੱਕ ਕੈਪੀਟਲਿਸਟ ਵਰਲਡ ਹੈ, ਜਿਸ ਦੇ ਵਿੱਚ ਕੁੜੀਆਂ ਨੇ ਰਾਤ ਨੂੰ ਜਾ ਕੇ ਵੀ ਮਿਹਨਤ ਕਰਨੀ ਹੈ, ਤੇ ਤੁਸੀਂ ਉੱਥੇ ਸੁੱਟ ਰਹੇ ਹੋ। ਉੱਥੇ ਔਰ ਕੁੜੀਆਂ ਦੇ ਵਿੱਚ ਕੌਨਫੀਡੈਂਸ ਹੀ ਨਹੀਂ ਹੁੰਦਾ ਕਿ ਉਹ ਆਪਣੇ ਫੈਸਲੇ ਆਪ ਕਰ ਸਕਣ, ਤੇ ਫਿਰ ਉਹ ਦੂਸਰੇ ਦਾ ਸਹਾਰਾ ਲੈਂਦੀਆਂ। ਉੱਥੇ ਕੁੜੀਆਂ ਨੇ ਅਸੀਂ ਇੱਧਰ ਦੇ ਮਾਪੇ ਸੋਚਦੇ ਆ ਕਿ ਬਸ ਉੱਥੇ ਜਾਏਗੀ, ਡਾਲਰ ਇਕੱਠੇ ਕਰੇਗੀ, ਆਪਣੀ ਫੀਸ ਵੀ ਤਾਰੇਗੀ ਤੇ ਸਾਨੂੰ ਵੀ ਭੇਜੇਗੀ। ਇਹ ਨਹੀਂ ਹੈ। ਉੱਥੇ ਅਸੀਂ ਇੱਕ ਇਨਸਾਨ ਨੂੰ ਇੱਕ ਜਿਹੜਾ ਹੈ ਉਹਦੇ ਵਿੱਚ ਹਿਊਮਨ ਜਿਹੜਾ ਰਿਲੇਸ਼ਨਸ਼ਿਪ ਦੀ ਗੱਲ ਨੂੰ ਅਸੀਂ ਮਾਈਨਸ ਕਰ ਦਿੰਦੇ ਹਾਂ, ਉਹਨੂੰ ਅਸੀਂ ਇੱਕ ਬੇਜਾਨ ਵਸਤੂ ਦੇ ਤੌਰ ਤੇ ਜਾਣਦੇ ਹਾਂ।
ਕਿਉਂਕਿ ਉੱਥੇ ਉਹਨੇ ਪੜ੍ਹਾਈ ਵੀ ਕਰਨੀ ਹੈ, ਉਹਨੇ ਪੜ੍ਹਾਈ ਨੂੰ ਪੂਰਾ ਵੀ ਕਰਨਾ ਹੈ, ਉੱਥੇ ਕੰਮ ਵੀ ਲੱਭਣਾ ਹੈ, ਉਹਨੇ ਜਿੱਥੇ ਰਹਿਣਾ, ਰਹਿਣ ਸਹਿਣ ਦਾ ਖਰਚਾ ਹੀ ਉੱਥੇ $1000 ਤੋਂ ਲੈ ਕੇ $1500 ਤੱਕ ਦਾ ਖਰਚਾ ਹੈ। ਜੇਕਰ ਉਹ 2000 ਜਾਂ $3000 ਮਹੀਨੇ ਦਾ ਨਹੀਂ ਕਮਾਉਂਦੀ, ਉਨੀ ਕਮਾਉਂਦਾ ਜਾਂ ਕਮਾਉਂਦੀ, ਉਨੀ ਦੇਰ ਤੱਕ ਉਹ ਆਪਣੀ ਜਿਹੜੀ ਦਿਨਚਰਿਆ ਨਹੀਂ ਨਿਭਾ ਸਕਦੀ। ਤੇ ਉੱਥੇ ਜਿਹੜੇ ਚੈਲੰਜ ਨੇ, ਉੱਥੇ ਦਾ ਸਿਸਟਮ ਦੇ ਵਿੱਚ ਐਡਜਸਟ ਹੋਣਾ, ਕਾਲਜਾਂ ਯੂਨੀਵਰਸਿਟੀਆਂ ਦੇ ਸਿਸਟਮ 'ਚ ਐਡਜਸਟ ਹੋਣਾ, ਕਿਉਂਕਿ ਤੁਸੀਂ ਇਸ ਘਟਨਾ ਦੇ ਆਲੇ ਦੁਆਲੇ ਜੇ ਦੂਸਰੀਆਂ ਘਟਨਾਵਾਂ ਨੂੰ ਵੀ ਦੇਖੋ, ਸਾਡਾ ਮਕਸਦ ਕੀ ਹੈ ਕਿ ਕਿਸੇ ਵੀ ਤਰੀਕੇ ਨਾਲ ਕੈਨੇਡਾ ਪਹੁੰਚਣਾ। ਵਿਆਹ ਨਹੀਂ ਆ, ਉਹਦਾ ਮੂਲ ਸਰੋਤ ਵਿਆਹ ਨਹੀਂ ਹੈ, ਮੂਲ ਸਰੋਤ ਤਾਂ ਕੈਨੇਡਾ ਹੈ। ਸੋ ਇਸ ਕਰਕੇ ਉਹਦੇ ਵਿੱਚੋਂ ਜਿਹੜਾ ਮੁੰਡਾ ਤੇ ਕੁੜੀ ਹੈ ਉਹ ਮਾਈਨਸ ਨੇ, ਉਹ ਇੱਕ ਟੂਲ ਨੇ ਸਾਡੇ। ਮੈਂ ਇੱਕ ਜਾਣਨਾ ਚਾਹੁੰਦਾ ਵੀ ਇਹ ਕੇਸ ਕੇਵਲ ਪੰਜਾਬ ਤੱਕ ਸੀਮਤ ਹੈ ਜਾਂ ਹੋਰ ਹਿੰਦੁਸਤਾਨ ਦੇ ਸੂਬਿਆਂ ਤੱਕ, ਹਰਿਆਣਾ ਸਾਡੇ ਕੋਲ, ਹੋਰ ਸੂਬਿਆਂ ਤੱਕ ਵੀ ਹੋਣਗੇ? ਮੇਰੇ ਖਿਆਲ ਇਹ ਗੱਲ ਤਾਂ ਦੂਜੇ ਥਾਵਾਂ ਤੇ, ਕਿਉਂਕਿ ਕੁੜੀਆਂ ਜ਼ਿਆਦਾ ਹਾਈਲਾਈਟ ਕਰਦੀਆਂ, ਮੁੰਡੇ ਘੱਟ ਕਰਦੇ ਆ, ਇਸ ਕਰਕੇ ਹੋਰ ਪਾਸੇ ਵੀ ਇਹ ਹੋਏਗਾ। ਹਾਂ, ਕੰਪੈਰੇਟਿਵਲੀ ਪੰਜਾਬ, ਜਦੋਂ ਅਸੀਂ ਕੈਨੇਡਾ ਦੀ ਧਰਤੀ, ਜਿੱਥੇ ਕਿ ਬਰੈਂਪਟਨ, ਸਰੀ, ਵੈਨਕੂਵਰ ਤੇ ਮਿਸੀਸਾਗਾ, ਇਹ ਕੁਝ ਸ਼ਹਿਰ ਨੇ ਜਿੱਥੇ ਪੰਜਾਬੀ ਔਰ ਸਿੱਖ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਤਾਂ ਉੱਥੇ ਹਰਿਆਣੇ ਦੇ ਵਿੱਚੋਂ ਵੀ ਕੁਝ ਲੋਕ, ਕੁੜੀਆਂ ਮੁੰਡੇ ਜਾ ਰਹੇ ਨੇ, ਮਤਲਬ ਜਿਸ ਤਰੀਕੇ ਦੇ ਨਾਲ ਸੰਕਟ ਹੋਰ ਗਹਿਰਾ ਹੁੰਦਾ ਹੈ। ਉੱਥੇ ਜਿਹੜੀ ਸਮੱਸਿਆ ਹੈ, ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ, ਅਸੀਂ ਮਾਂ-ਬਾਪ ਕੀ ਕਹਿੰਦੇ ਆ ਕਿ ਕੁੜੀ ਦੀ ਸ਼ਾਦੀ ਕਰਕੇ ਅਸੀਂ ਉੱਧਰ ਭੇਜਣਾ, ਉਸਨੂੰ ਸ਼ਾਦੀ ਤੋਂ ਬਿਨਾਂ ਨਹੀਂ ਭੇਜਣਾ। ਪਰ ਜਿਹੜਾ ਹਿਊਮਨ ਮਾਈਂਡ ਹੈ, ਉਹ ਇਸ ਦੇ ਨਾਲ ਸਾਡਾ ਜਿਹੜਾ ਇੱਕ ਸੋ ਕਾਲਡ ਨੈਤਿਕ ਤੇ ਸੱਭਿਆਚਾਰ ਦਾ ਅਸੀਂ ਢੰਡੋਰਾ ਪਿੱਟ ਰਹੇ ਹਾਂ, ਸਾਡੇ ਅਸੀਂ ਇੱਕ ਕਲਚਰਲ ਵੈਲਿਊਜ਼ ਦਾ ਢੰਡੋਰਾ ਪਿੱਟ ਰਹੇ ਹਾਂ, ਉਹ ਜਿਹੜੀਆਂ ਨੇ ਉਹ ਇਸੇ ਸਮੇਂ ਦੇ ਵਿੱਚ ਤਹਿਸ ਨਹਿਸ ਹੋ ਰਹੀਆਂ ਨੇ। ਉਹਦੇ ਵਿੱਚ ਪਹਿਲੇ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਮਾਪੇ ਨੇ, ਉਹ ਮੁੰਡੇ ਦੇ ਮਾਪੇ ਹੋਣ ਜਾਂ ਕੁੜੀ ਦੇ ਮਾਪੇ ਹੋਣ। ਕੁੜੀ ਦੇ ਮਾਪੇ ਤਾਂ ਡਿਸਕ੍ਰਿਮੀਨੇਸ਼ਨ ਕੁੜੀ ਨਾਲ ਇਹੀ ਕਰ ਰਹੇ ਨੇ ਕਿ ਕੁੜੀ ਦੇ ਉੱਤੇ ਉਹ 15 ਜਾਂ 20 ਲੱਖ ਨਹੀਂ ਲਾਉਣਾ ਚਾਹੁੰਦੇ, ਉਹਨਾਂ ਨੇ ਮੁੰਡੇ ਵਾਲਿਆਂ ਤੋਂ ਲਗਾ ਕੇ ਫਿਰ ਜਿਹੜਾ ਹੈ ਆਪਣੀ ਲੜਕੀ ਭੇਜਣੀ ਹੈ। ਇੱਥੇ ਹੀ ਡਿਸਕ੍ਰਿਮੀਨੇਸ਼ਨ ਹੈ ਕੁੜੀ ਦੇ ਨਾਲ। ਤੇ ਮੁੰਡੇ ਵਾਲੇ ਕਹਿੰਦੇ ਨੇ ਕਿ ਅਸੀਂ ਕੁੜੀ ਨੂੰ ਖਰੀਦ ਲਿਆ ਤੇ ਹੁਣ ਜਿਹੜੀ ਆ ਉਹ ਮੰਗਾਵੇ। ਨੋ ਡਾਊਟ, ਅਗਰ ਉਹਨਾਂ ਦਾ ਐਗਰੀਮੈਂਟ ਕੰਟਰੈਕਟ ਹੋਇਆ ਹੈ, ਵੈਸੇ ਤਾਂ ਮੈਰਿਜ ਇੱਕ ਸੋਸ਼ਲ ਕੰਟਰੈਕਟ ਹੈ, ਤੇ ਜੇ ਉਹਨਾਂ ਦਾ ਇੱਕ ਤਜਾਰਤੀ ਕੰਟਰੈਕਟ ਹੋਇਆ ਤੇ ਕੁੜੀ ਨੂੰ ਮੰਗਾਉਣਾ ਚਾਹੀਦਾ। ਪਰ ਉੱਥੋਂ ਦੇ ਹਾਲਾਤ ਕੀ ਹੈ, ਉਹ ਕਿਹੜੇ ਮਾਨਸਿਕ ਤੇ ਜਿਹੜੇ ਇੱਕ ਇਮੋਸ਼ਨਲ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਜਾਂ ਗੁਜ਼ਰ ਰਿਹਾ ਹੈ, ਉਹਦੇ ਬਾਰੇ ਕੋਈ ਵੀ ਧਿਆਨ ਨਹੀਂ ਦਿੰਦਾ। ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਇਸ ਮਸਲੇ ਦੇ ਵਿੱਚ, ਉਹ ਇਹ ਹੈ ਕਿ ਉੱਥੇ ਜਾ ਕੇ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਇੱਕ ਤਰੀਕੇ ਦੀ ਖੁੱਲ੍ਹ ਮਿਲਦੀ ਹੈ, ਤੇ ਖੁੱਲ੍ਹ ਕਈ ਵਾਰੀ ਉਹ ਉਸਦੇ ਗਲਤ ਜਿਹੜੇ ਨਤੀਜੇ ਵੀ ਨਿਕਲਦੇ ਆ। ਇੱਥੇ ਜੇ ਮਨੀਸ਼ਾ ਗੁਲਾਟੀ ਆਈ ਹੈ ਤੇ ਮਨੀਸ਼ਾ ਗੁਲਾਟੀ ਉਸਦਾ ਇਸ ਸੰਕਟ ਦਾ ਹੱਲ ਨਹੀਂ ਕਰ ਸਕਦੀ। ਉਹ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਹੈ, ਤੁਹਾਡੀ ਇੱਕ ਪ੍ਰਾਈਵੇਸੀ ਹੁੰਦੀ ਹੈ, ਇੱਕ ਤੁਹਾਡੇ ਸੋਸ਼ਲ ਰਿਲੇਸ਼ਨ ਦੇ ਵਿੱਚ, ਜਿਸ ਨੂੰ ਬਹੁਤ ਵੱਡਾ ਦਰਜਾ ਅਸੀਂ ਖਾਸ ਕਰਕੇ ਕੈਨੇਡੀਅਨ ਧਰਤੀ ਤੇ ਦਿੱਤਾ ਜਾ ਰਿਹਾ। ਦੂਸਰਾ ਇਹ ਹੈ ਐਂਟਰ ਕੰਟਰੀਜ਼, ਐਂਟਰ ਸਟੇਟ ਸਾਡੇ ਰਿਲੇਸ਼ਨਸ਼ਿਪ ਦੀ ਗੱਲ ਹੈ। ਇਸ ਦੇ ਵਿੱਚ ਜਿਹੜਾ ਸਾਰਿਆਂ ਤੋਂ ਜ਼ਿਆਦਾ ਜਿਹੜਾ ਮਸਲਾ ਹੈ ਉਹ ਹੈ ਦੋ ਮਨੁੱਖਾਂ ਦਾ। ਇਹ ਬਹੁਤ ਸਾਡੀ ਮੰਦਭਾਗੀ ਗੱਲ ਹੈ ਕਿ ਉਹ ਮੁੰਡਾ ਚਲਾ ਗਿਆ, ਮਾਪਿਆਂ ਦਾ ਪੁੱਤਰ ਚਲਾ ਗਿਆ, ਉਹ ਕਿਸ ਮਾਨਸਿਕ ਸੰਕਟ ਚੋਂ ਨਿਕਲ ਰਿਹਾ ਸੀ ਇਸ ਦੇ ਬਾਰੇ ਮਾਪਿਆਂ ਨੂੰ ਨਹੀਂ ਪਤਾ। ਉੱਥੇ ਸਾਡੇ ਮੁੰਡੇ ਜਿਹੜੇ ਚਲੇ ਵੀ ਜਾਂਦੇ ਆ, ਉਹ ਵੀ ਇੱਕ ਵੱਡੇ ਮਾਨਸਿਕ ਸੰਕਟ ਚੋਂ ਗੁਜ਼ਰ ਰਹੇ ਹੈ। ਉੱਥੇ ਹਰ ਤੀਸਰਾ ਚੌਥਾ ਮੁੰਡਾ ਜਿਹੜਾ ਹੈ ਜਾਂ ਕੁੜੀ ਆ ਸਾਡੀ, ਈਵਨ ਕਿ ਨੌਜਵਾਨ ਮੁੰਡੇ ਕੁੜੀਆਂ, ਉਹ ਡਿਪਰੈਸ਼ਨ ਦਾ ਸ਼ਿਕਾਰ ਨੇ। ਤੇ ਜਿਹੜਾ ਕੈਨੇਡੀਅਨ ਧਰਤੀ ਵੀ ਹੈ ਉਹ ਵੀ ਇੱਕ ਕੈਪੀਟਲਿਸਟ ਐਡਵਾਂਸ ਕੰਟਰੀ ਹੈ, ਤੇ ਕੈਪੀਟਲਿਸਟ ਕੰਟਰੀਜ਼ ਦੇ ਵਿੱਚ ਤੁਹਾਡੀ ਜਿਹੜੀ HR ਹੁੰਦੀ ਹੈ, ਹਿਊਮਨ ਰਿਸੋਰਸਿਸ ਹੈ, ਉਸਨੂੰ ਉਹਨਾਂ ਨੇ ਲੁੱਟਣਾ ਹੁੰਦਾ ਹੈ। ਤੇ ਉੱਥੇ ਵੀ 13% ਤੋਂ ਜ਼ਿਆਦਾ ਜਿਹੜੀ ਹੈ ਬੇਰੁਜ਼ਗਾਰੀ ਅੰਕੀ ਗਈ ਆ ਉੱਥੇ ਕੈਨੇਡਾ ਦੀ ਧਰਤੀ ਤੇ ਜਿਹੜਾ ਡਿਊਰਿੰਗ ਦਾ ਕੋਵਿਡ। ਸੋ ਇਹ ਸਾਰੇ ਸੰਕਟ ਜਿਹੜੇ ਨੇ, ਇਹ ਸਾਡੇ ਸੱਭਿਆਚਾਰਕ ਸੰਕਟ, ਸਾਡਾ ਫੈਮਿਲੀ ਸਾਡਾ ਇੱਕ ਜਿਹੜਾ ਪਰਿਵਾਰਾਂ ਦਾ ਸੰਕਟ ਹੈ, ਤੇ ਉਹਦੀ ਬੈਕਗ੍ਰਾਉਂਡ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਸਾਡਾ ਆਰਥਿਕ ਸੰਕਟ ਜਿਉਂ-ਜਿਉਂ ਗਹਿਰਾ ਹੋਏਗਾ, ਉਸ ਤਰੀਕੇ ਦੇ ਨਾਲ ਇਹ ਤਜਾਰਤੀ ਸ਼ਾਦੀਆਂ ਜਿਹੜੀਆਂ ਨੇ, ਇਹ ਸਾਡੇ ਪਰਿਵਾਰਾਂ ਦੇ ਸੰਕਟ ਨੂੰ ਜਿਹੜਾ ਹੈ ਹੋਰ ਗਹਿਰਾ ਕਰਨਗੀਆਂ।
ਇਹ ਸੰਕਟ ਚੋਂ ਨਿਕਲਣ ਦਾ ਤੁਸੀਂ ਸੋਚਦੇ ਵੀ ਕੋਈ ਢੰਗ ਹੋ ਸਕਦਾ ਵੀ ਮਾਂ-ਬਾਪ ਇਸ ਗੱਲ ਨੂੰ ਸਮਝਣ ਜਾਂ ਕੁੜੀਆਂ ਨੂੰ ਵੀ ਉਹ ਬਰਾਬਰ ਦੇ ਹੱਕ ਦੇਣ, ਉਹ ਉਹਨਾਂ ਦੇ ਪੈਸਾ ਖਰਚਣ, ਵੀ ਉਹ ਆਪਣੀ ਕੁੜੀ ਨੂੰ ਭੇਜਣ ਦਾ ਪ੍ਰਬੰਧ ਕਰਨ? ਜਦੋਂ ਇਹ ਸੌਦੇਬਾਜ਼ੀ ਹੋ ਜਾਂਦੀ, ਤਜਾਰਤ ਹੋ ਜਾਂਦੀ, ਉਦੋਂ ਮੇਰੇ ਖਿਆਲ ਕ੍ਰਾਈਸਿਸ ਹੋਰ ਵੱਧਦਾ। ਇਹਨੂੰ ਰੋਕਣ ਦਾ ਕੀ ਹੱਲ ਹੋ ਸਕਦਾ? ਇਹ ਸੰਕਟ ਚੋਂ ਨਿਕਲਿਆ ਕਿਵੇਂ ਜਾਏ? ਇਹ ਸੰਕਟ ਦੇ ਵਿੱਚੋਂ ਨਿਕਲਣ ਦੇ ਬਹੁਤ ਸਾਰੇ ਪਹਿਲੂ ਨੇ। ਪਹਿਲਾਂ ਤਾਂ ਸਾਡਾ ਇੱਥੇ ਜਿਹੜਾ ਗਹਿਰਾ ਹੋ ਰਿਹਾ ਆਰਥਿਕ ਸੰਕਟ ਹੈ, ਜਿਸ ਦੇ ਵਿੱਚ ਸਰਕਾਰਾਂ ਜ਼ਿੰਮੇਵਾਰ ਨੇ। ਦੂਸਰਾ ਸਾਡਾ ਜਿਹੜਾ ਹੈ ਇੰਡੀਵਿਜੂਅਲ ਲੈਵਲ ਤੇ, ਜਿਹੜਾ ਪਰਿਵਾਰਾਂ ਦੇ ਲੈਵਲ ਤੇ ਹੈ, ਅਸੀਂ ਪਰਵਰਿਸ਼ ਇਸ ਤਰੀਕੇ ਦੇ ਨਾਲ ਕਰਦੇ ਹਾਂ ਕਿ ਮੈਰਿਜ ਨੂੰ ਜਿਹੜਾ ਹੈ ਅਸੀਂ ਇੱਕ ਸੌਦੇਬਾਜ਼ੀ ਬਣਾ ਲਿਆ। ਜੇ ਅਸੀਂ ਇੱਥੇ ਵੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਜੇ ਕੁੜੀ ਨੂੰ ਵਿਆਹ ਕੇ ਲਿਆ ਰਹੇ ਹਾਂ ਤਾਂ ਉਹਦੇ ਵਿੱਚ ਵੀ ਅਸੀਂ ਜਿਵੇਂ ਖਰੀਦ ਤੇ ਵੇਚ ਦਾ ਫਾਰਮੂਲਾ ਹੁੰਦਾ ਹੈ ਉਸ ਦੇ ਵਿੱਚ, ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਦਾਜ, ਇਹ ਵੀ ਦਾਜ ਦੀ ਇੱਕ ਡਿਫਰੈਂਟ ਫਾਰਮ ਹੈ ਜਿਸ ਦੇ ਵਿੱਚ ਮਾਪਿਆਂ ਨੇ, ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਕੁੜੀਆਂ ਦੇ ਉੱਤੇ ਬਹੁਤ ਜਿਹੜਾ ਹੈ ਉਹਨਾਂ ਨੂੰ ਛੱਡਿਆ ਗਿਆ, ਉਹਨਾਂ ਦੀਆਂ ਸਾਰੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ। ਇੱਥੇ ਜਿਹਨੂੰ ਅਸੀਂ ਹਨੀਮੂਨ ਮੈਰਿਜ ਕਹਿੰਦੇ ਸੀ 90s ਔਰ 2000 ਦੇ ਵਿੱਚ ਬੜੀਆਂ ਹਨੀਮੂਨ ਮੈਰਿਜ ਹੋਈਆਂ। ਮੁੰਡੇ ਉਧਰੋਂ ਆਉਂਦੇ ਸੀ, ਸਾਡੇ ਕੈਨੇਡਾ ਦੇ ਨਾਂ ਦੇ ਉੱਤੇ ਮਾਪਿਆਂ ਨੇ ਕੋਈ ਨਿਰਖ ਪਰਖ ਨਹੀਂ ਕੀਤੀ ਕਿ ਮੁੰਡਾ ਵਿਆਹਿਆ ਹੋਇਆ ਹੈ, ਉੱਥੇ ਕੰਮ ਕਰਦਾ ਹੈ ਜਾਂ ਨਹੀਂ ਕਰਦਾ। ਬਸ ਕੈਨੇਡਾ ਦੇ ਨਾਂ ਦੇ ਉੱਤੇ ਉਹਨਾਂ ਨੇ ਕੁੜੀਆਂ ਵਿਆਹ ਦਿੱਤੀਆਂ। ਮੁੰਡਾ ਅਨਪੜ੍ਹ ਤੇ ਕੁੜੀਆਂ MA ਜਾਂ BA ਕੀਤੀਆਂ ਹੋਈਆਂ, ਗ੍ਰੈਜੂਏਟ ਕੁੜੀਆਂ ਵਿਆਹੀਆਂ ਉਹਨਾਂ ਨੇ। ਉਹ ਮੇਰੇ ਖਿਆਲ ਪੰਜਾਬ ਦੇ ਵਿੱਚ ਇਹ ਮਾਮਲਾ ਰਾਮੂ ਵਾਲੀ ਨੇ ਕਾਫੀ ਚੁੱਕਿਆ ਸੀਗਾ, ਅਕਾਲੀ ਬਲਵੰਤ ਸਿੰਘ ਰਾਮੂ ਵਾਲੀ ਨੇ। ਹਾਂਜੀ, ਉਹ ਮਾਮਲਾ ਤਾਂ ਚੁੱਕਿਆ ਸੀ, ਆਮ ਸੌਰੀ ਟੂ ਸੇ। ਉਹਦੇ ਵਿੱਚ ਵੀ ਉਹਨਾਂ ਨੇ ਐਗਰੀਮੈਂਟ ਕਰਾਏ ਕਿ ਜਿਹੜੇ ਹੈ ਕਿ ਵੀ ਇੰਨੇ ਪੈਸੇ ਕੁੜੀ ਵਾਲਿਆਂ ਨੂੰ ਦੇ ਦਿਓ, ਇੰਨੇ ਮੁੰਡੇ ਵਾਲੇ ਦੇ ਦਿਓ, ਸੌਦਾ ਖਤਮ। ਇਹ ਐਗਰੀਮੈਂਟ ਕਰਾਉਣ ਦੇ ਨਾਲ ਜਿਹੜੀ ਮੂਲ ਸਮੱਸਿਆ ਹੈ ਉਹਦਾ ਹੱਲ ਨਹੀਂ ਹੋ ਸਕਦਾ, ਕਿਉਂਕਿ ਉਹਦਾ ਹੱਲ ਤਾਂ ਹੋਣਾ ਹੈ ਸਾਡੀਆਂ ਇੱਕ ਸਮਾਜਿਕ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਸਾਡਾ ਮਾਈਂਡ ਸੈਟ ਹੈ, ਉਸ ਦੇ ਨਾਲ ਜਾ ਕੇ ਜਿਹੜੀ ਚੇਂਜ ਹੋਏਗੀ। ਜਿੰਨੀ ਦੇਰ ਤੱਕ ਮਾਪੇ ਆਪਣੀਆਂ ਕੁੜੀਆਂ ਨੂੰ ਬਰਾਬਰ ਦਾ ਹੱਕ ਆਪਣੀ ਡੋਮੈਸਟਿਕ ਜਿਹੜੀ ਸਾਡੀ ਲਾਈਫ ਹੈ ਸਾਡੇ ਪਰਿਵਾਰਾਂ ਦੇ ਵਿੱਚ ਨਹੀਂ ਦਿੰਦੇ, ਉਨੀ ਦੇਰ ਤੱਕ ਸਹੁਰੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਣ ਸਤਿਕਾਰ ਦੀ ਗੱਲ, ਉਹਨਾਂ ਦੇ ਬਰਾਬਰ ਦੇ ਰੁਤਬੇ ਦੀ ਗੱਲ ਨਹੀਂ ਹੋ ਸਕਦੀ। ਦੂਸਰਾ ਇਹ ਹੈ ਕਿ ਜਦੋਂ ਅਸੀਂ ਆਪਣੇ ਮੁੰਡੇ ਤੇ ਕੁੜੀ ਨੂੰ ਇਹ ਹੱਕ ਦੇਾਂਗੇ ਜਿਹੜਾ ਹੈ ਚੁਆਇਸ ਕਰਨ ਦਾ, ਜਿਹੜੀ ਬਾਡੀ ਦੇ ਉੱਤੇ ਜੇ ਅਸੀਂ ਜਿਹੜਾ ਹੈ ਕੁੜੀ ਦੀ ਬਾਡੀ ਦੇ ਉੱਤੇ ਕੁੜੀ ਦਾ ਹੱਕ ਹੋਵੇ, ਕੁੜੀ ਨੂੰ ਚੁਆਇਸ ਮੈਰਿਜ ਕਰਨ ਦੀ, ਆਪਣੀ ਮਨਪਸੰਦ ਦਾ ਰਿਸ਼ਤਾ ਕਰਨ ਦਾ ਹੱਕ ਹੋਵੇ, ਮੁੰਡੇ ਨੂੰ ਵੀ ਮਨਪਸੰਦ ਰਿਸ਼ਤਾ ਕਰਨਾ ਹੋਵੇ। ਜਦੋਂ ਇਹਦੇ ਵਿੱਚ ਪੈਸਾ ਆਉਂਦਾ ਹੈ, ਜਿਹਨੂੰ ਬਾਬੇ ਨਾਨਕ ਨੇ ਮਾਇਆ ਕਿਹਾ, ਤੇ ਅਸੀਂ ਬਾਬੇ ਨਾਨਕ ਦੀ ਸਿੱਖਿਆ ਦੇ ਉੱਤੇ ਤਾਂ ਚੱਲ ਹੀ ਨਹੀਂ ਰਹੇ। ਗੁਰਦੁਆਰੇ ਦੇ ਵਿੱਚ ਜਾ ਕੇ ਅਸੀਂ ਵਿਆਹ ਕਰਦੇ ਹਾਂ, ਉਹਦੇ ਵਿੱਚ ਇੱਕ ਆਨੰਦ ਕਾਰਜ ਦੇ ਵਿੱਚ ਇੱਕ ਤੁਕ ਆਉਂਦੀ ਹੈ, ਮਨ ਚਿੰਦਿਆ ਫਲ ਪਾਇਆ ਸੁਆਮੀ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਮਾਪੇ ਕਿੰਨੀਆਂ ਕੁ ਕੁੜੀਆਂ ਨੂੰ ਤੇ ਕਿੰਨੇ ਕੁ ਮੁੰਡਿਆਂ ਨੂੰ ਇਹ ਪੁੱਛਦੇ ਨੇ ਕਿ ਤੁਹਾਡਾ ਮਨਚਿੰਦਾ ਸਾਥ ਹੈ ਕਿ ਨਹੀਂ ਹੈ? ਅਸੀਂ ਉੱਥੇ ਮਨਚਿੰਦਾ ਸਾਥ ਅਸੀਂ ਥੋਪਦੇ ਹਾਂ ਉਹ ਪੈਸੇ ਦੇ ਰਾਹੀਂ ਕਿ ਐਡਜਸਟਮੈਂਟ ਕਿਵੇਂ ਕਰਨੀ ਆ, ਸਾਡਾ ਮੁੰਡਾ ਕਿਵੇਂ ਜਾਏਗਾ, ਕੁੜੀ ਕਿਵੇਂ ਜਾਏਗੀ। ਕੁੜੀਆਂ ਦੇ ਮਾਪੇ ਵੀ ਲਾਲਚੀ ਨੇ, ਮੁੰਡੇ ਦੇ ਮਾਪੇ ਵੀ ਲਾਲਚੀ ਨੇ। ਦੋਨੇ ਪਾਸੇ ਜਦੋਂ ਲਾਲਚ ਵੱਧਦਾ ਹੈ, ਲੋਭ, ਜਿਸ ਨੂੰ ਲੋਭ ਕਿਹਾ ਹੈ ਬਾਬੇ ਨਾਨਕ ਨੇ, ਅਸੀਂ ਬਾਬੇ ਨਾਨਕ ਦੇ ਫਾਲੋਅਰ ਆ ਬਹੁਤੇ ਲੋਕ ਪੰਜਾਬ ਦੇ ਵਿੱਚ, ਪਰ ਬਾਬੇ ਨਾਨਕ ਦੀ ਸਿੱਖਿਆ ਦੀਆਂ ਹੀ ਅਸੀਂ ਧੱਜੀਆਂ ਉਡਾਈ ਜਾ ਰਹੇ ਹਾਂ। ਸੋ ਇਸ ਕਰਕੇ ਮੈਂ ਇਹ ਚਾਹੁੰਦੀ ਹਾਂ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ, ਆਪਣੀ ਜਿਹੜਾ ਹੈ ਵਿਆਹ ਸਾਥ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਮੈਂ ਇਹ ਕਹਿੰਦੀ ਹਾਂ ਕਿ ਜੇ ਗਲਤੀ ਵੀ ਕਰ ਲੈਣਗੇ ਸਾਡੇ ਨੌਜਵਾਨ ਬੱਚੇ ਤੇ ਉਹਨਾਂ ਨੂੰ ਗਲਤੀ ਕਰਨ ਦਾ ਅਧਿਕਾਰ ਵੀ ਹੋਣਾ ਚਾਹੀਦਾ, ਪਰ ਮਾਪੇ ਇਹ ਪਾਲਦੇ ਨੇ ਆਪਣੇ ਬੱਚਿਆਂ ਨੂੰ, ਕੁੜੀਆਂ ਨੂੰ, ਮੁੰਡਿਆਂ ਨੂੰ ਕਿ ਅਸੀਂ ਹੁਣ ਅੱਗੇ ਇਹਨਾਂ ਤੋਂ ਫਾਇਦਾ ਤੇ ਅਸੀਂ ਆਪਣੀਆਂ ਜ਼ਿੰਦਗੀਆਂ ਕਿਵੇਂ ਸੁਧਾਰਨੀਆਂ। ਨੋ ਡਾਊਟ ਸਾਡੇ ਨੌਜਵਾਨ ਬੱਚਿਆਂ ਨੂੰ ਮਾਪਿਆਂ ਦੀ ਦੇਖਭਾਲ ਕਰਨ ਦਾ ਇੱਕ ਵੱਡਾ ਹੱਕ ਹੈ, ਪਰ ਜਦੋਂ ਕੈਨੇਡੀਅਨ ਧਰਤੀ ਤੇ, ਦੂਸਰੀ ਧਰਤੀ ਤੇ, ਅਮਰੀਕਾ ਦੀ ਧਰਤੀ ਤੇ, ਨਿਊਜ਼ੀਲੈਂਡ, ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚਦੇ ਨੇ, ਉੱਥੇ ਬਹੁਤ ਵੱਡੇ ਜਿਹੜੀਆਂ ਚੁਣੌਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਤੇ ਉਹਨਾਂ ਚੁਣੌਤੀਆਂ ਦੇ ਨਾਲ ਦੋ ਚਾਰ ਹੁੰਦੇ ਹੋਏ ਵੀ ਉਹ ਜਿਹੜੇ ਮਾਪਿਆਂ ਦੇ ਜਿਹੜੇ ਆਪਣੇ ਪ੍ਰੀ ਨੋਸ਼ਨਸ ਨੇ ਉਹਨਾਂ ਤੇ ਉਹ ਪੂਰੇ ਨਹੀਂ ਉਤਰ ਸਕਦੇ। ਸੋ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਕੁੜੀਆਂ ਨੂੰ ਹੱਕ ਨਹੀਂ ਦਿੰਦੇ, ਮੁੰਡਿਆਂ ਨੂੰ ਹੱਕ ਨਹੀਂ ਦਿੰਦੇ, ਮੁੰਡਿਆਂ ਦੇ ਨਾਲ ਵੀ ਸਮਾਜ ਨੇ ਬਹੁਤ ਜ਼ਿਆਦਤੀ ਕੀਤੀ ਹੈ।
ਤੁਸੀਂ ਇਹ ਦੇਖਿਆ ਹੋਣਾ ਹੈ ਕਿ ਜਿਹੜੀ ਕਪਲਿੰਗ ਹੈ, ਜਦੋਂ ਸਾਡਾ ਵਿਆਹ ਸਾਥ ਹੁੰਦਾ ਹੈ, ਮੁੰਡੇ ਨੂੰ ਤਾਂ ਅਸੀਂ 12 ਸਾਲ ਤੋਂ ਲੈ ਕੇ 19 ਸਾਲ ਤੱਕ ਇਹ ਸਕਿੱਲ ਕੋਈ ਸਿਖਾਉਂਦਾ ਹੀ ਨਹੀਂ। ਅਸੀਂ ਪ੍ਰੀ ਮੈਰਿਟਲ ਕਾਉਂਸਲਿੰਗ ਦਾ ਸਾਡੇ ਕਨਸੈਪਟ ਹੀ ਨਹੀਂ ਹੈ ਕਿ ਵਿਆਹ ਤੋਂ ਪਹਿਲਾਂ ਦੀ ਕਾਉਂਸਲਿੰਗ। ਇਹ ਇੱਕ ਬਹੁਤ ਵੱਡਾ ਮਸਲਾ ਹੈ ਕਿ ਦੋ ਅਡਲਟਸ ਨੇ ਇਕੱਠੇ ਰਹਿਣ ਲੱਗਣਾ ਹੈ, ਉਹਨਾਂ ਦੀਆਂ ਆਦਤਾਂ, ਉਹਨਾਂ ਦੀਆਂ ਖਾਣ ਆਦਤਾਂ, ਉਹਨਾਂ ਦੀਆਂ ਰਹਿਣ ਆਦਤਾਂ, ਉਹਨਾਂ ਦਾ ਅਸੀਂ ਕਦੇ ਸੋਚਦੇ ਹੀ ਨਹੀਂ ਵੀ ਉਹਦਾ ਮਿਊਜ਼ਿਕ ਪ੍ਰਤੀ ਕੀ ਨਜ਼ਰੀਆ ਹੈ, ਉਹਦਾ ਸਾਹਿਤ ਪ੍ਰਤੀ ਕੀ ਨਜ਼ਰੀਆ ਹੈ, ਉਹਦਾ ਸਮਾਜਿਕ ਸਾਡੇ ਸਰੋਕਾਰਾਂ ਪ੍ਰਤੀ ਕੀ ਨਜ਼ਰੀਆ ਹੈ। ਇਹ ਕੁਝ ਮੇਰੇ ਖਿਆਲ ਅਸੀਂ ਤਾਂ ਨੱਥੀ ਕਰਨ ਵੱਲ ਜ਼ਿਆਦਾ ਜ਼ੋਰ ਦਿੰਦੇ ਹਾਂ। ਤੇ ਅਸੀਂ ਇਹ ਜਿਹੜੀ ਚੀਜ਼ ਹੈ ਜੰਮੂ ਜੀ, ਇਹ ਸਰਕਾਰਾਂ ਦੇ, ਖਾਸ ਕਰਕੇ ਸਾਡੀਆਂ ਸਮਾਜਿਕ ਸੰਸਥਾਵਾਂ ਦੇ, ਸਾਡੇ ਪਰਿਵਾਰਾਂ ਦੇ ਇੱਕ ਵੱਖਰੇ ਤਰੀਕੇ ਦੇ ਨਾਲ ਓਰੀਐਂਟੇਸ਼ਨ ਹੋਣ ਤੋਂ ਬਾਅਦ ਹੀ ਹੱਲ ਹੋ ਸਕਦਾ ਹੈ। ਜਿੰਨੀ ਦੇਰ ਤੱਕ ਅਸੀਂ ਇਹ ਜਿਹੜਾ ਜਿਹਨੂੰ ਸੌਦਾ, ਜਿਹਨੂੰ ਅਸੀਂ ਕਹਿੰਦੇ ਆ ਨਾ ਇੱਕ ਸੱਟਾ, ਜਿੰਨੀ ਦੇਰ ਤੱਕ ਅਸੀਂ ਸੱਟੇਬਾਜ਼ੀ ਤੋਂ ਪਰੇ ਨਹੀਂ ਜਾਂਦੇ, ਉਨੀ ਦੇਰ ਤੱਕ ਇਹ ਜਿਹੜਾ ਹੈ ਇਹ ਮਸਲੇ ਹੱਲ ਨਹੀਂ ਹੋਣੇ। ਇਸ ਤਰ੍ਹਾਂ ਦੇ ਸੰਕਟ ਆਉਂਦੇ ਰਹਿਣਗੇ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਰਹਿਣੀਆਂ। ਸਾਡੇ ਮੁੰਡੇ ਉੱਥੇ ਜਾ ਕੇ ਵੀ ਬਹੁਤ ਵੱਡੇ ਦਬਾਅ ਦੇ ਵਿੱਚ ਹੁੰਦੇ ਨੇ, ਕੁੜੀਆਂ ਵੱਡੇ ਦਬਾਅ 'ਚ ਹੁੰਦੀਆਂ ਨੇ। ਅਸੀਂ ਇਹ ਸਮਝਦੇ ਹਾਂ ਕਿ ਕੈਨੇਡਾ ਜਿਹੜੀ ਹੈ ਫੁੱਲਾਂ ਦੀ ਛੇਜ ਹੈ। ਕੈਨੇਡਾ ਫੁੱਲਾਂ ਦੀ ਛੇਜ ਨਹੀਂ ਹੈ, ਕੈਨੇਡਾ ਕੋਈ ਸਮੱਸਿਆ ਹੀ ਨਹੀਂ ਹੈਗੀ, ਇੱਕ ਕੰਡਿਆਂ ਦੀ ਛੇਜ ਹੈ। ਤੁਸੀਂ ਮੈਨੂੰ ਬਹੁਤ ਸਾਰੇ ਉੱਥੇ ਜਿਹੜੀਆਂ ਏਜੰਸੀ 'ਚ ਕੰਮ ਕਰਨ ਦਾ ਮੌਕਾ ਮਿਲਿਆ, ਉੱਥੇ ਪਰਿਵਾਰਾਂ ਦਾ ਇੱਕ ਹੋਰ ਕਲਚਰ ਹੈ। ਤੇ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੇ ਰਹਿ ਰਹੇ ਨੌਜਵਾਨ ਮੁੰਡੇ ਤੇ ਕੁੜੀਆਂ, ਜਦੋਂ ਉਹ ਸਾਡੀਆਂ ਐਜੂਕੇਸ਼ਨ ਏਜੰਸੀ 'ਚ ਖਾਸ ਕਰਕੇ ਯੂਨੀਵਰਸਿਟੀ ਕਾਲਜਾਂ 'ਚ ਜਾਂਦੇ ਨੇ, ਤਾਂ ਉੱਥੇ ਉਹ ਇੱਕ ਡਿਫਰੈਂਟ ਐਟਮੋਸਫੀਅਰ ਦੇ ਨਾਲ ਉਹਨਾਂ ਦਾ ਵਾਸਤਾ ਪੈਂਦਾ ਹੈ। ਤੇ ਉਹ ਜਿਹੜੀ ਕੰਟਰਾਡਿਕਸ਼ਨ ਹੈ ਮੋਸਟ ਐਡਵਾਂਸ ਕੰਟਰੀਜ਼ ਦੀ, ਤੇ ਅਸੀਂ ਫਿਊਡਲ ਤੇ ਪੈਟਰੀਆਰਕਲ ਮਾਈਂਡਸੈਟ ਨੂੰ ਲੈ ਕੇ ਉੱਥੇ ਜਾਂਦੇ ਆ। ਤੇ ਉਹ ਦੋ ਜਿਹੜੀਆਂ ਸਾਡੀਆਂ ਜਿਹੜੀਆਂ ਵਿਧਾਵਾਂ ਨੇ, ਖਾਸ ਕਰਕੇ ਦੋ ਸਿਸਟਮ ਨੇ, ਉਹਨਾਂ ਦੇ ਵਿੱਚ ਜਿਹੜੀ ਕੰਟਰਾਡਿਕਸ਼ਨ ਹੈ, ਤੇ ਫਿਰ ਇੱਕ ਵੱਡੇ ਪਰਿਵਾਰਾਂ ਨੂੰ, ਖਾਸ ਕਰਕੇ ਫੈਮਲੀਜ਼ ਦੇ ਵੱਡੇ ਸੰਕਟ ਨੂੰ ਜਨਮ ਦਿੰਦੀ ਹੈ। ਉਹ ਸੰਕਟ ਕੇਵਲ ਕੈਨੇਡਾ ਨਾਲ ਜੁੜਿਆ ਹੋਇਆ ਨਹੀਂ ਹੈ, ਉਹ ਸੰਕਟ ਜਿਹੜਾ ਹੈ ਉਹ ਇੱਧਰ ਦੇ ਪੰਜਾਬ ਦੀ ਰਹਿਤਲ ਨਾਲ ਵੀ ਜੁੜਿਆ ਹੋਇਆ। ਉਹ ਪੰਜਾਬ ਦੇ ਜਿਹੜੇ ਸਾਡੇ ਜਿਹੜਾ ਅਸੀਂ ਸਮਝ ਲਿਆ ਕਿ ਮੁੰਡਾ ਤਾਂ 16 ਕਲਾ ਸੰਪੂਰਨ ਹੈ, ਮੁੰਡੇ ਨੂੰ ਕੁਝ ਸਿੱਖਣ ਦੀ ਲੋੜ ਨਹੀਂ ਹੈ। ਇਹ ਗੱਲਾਂ ਸਾਨੂੰ ਇਹ ਬਦਲਣਾ ਪਏਗਾ ਜੇਕਰ ਅਸੀਂ ਗਲੋਬਲੀ ਜਿਉਂ ਰਹੇ ਹਾਂ। ਅਸੀਂ ਉਹਦੇ ਲਈ ਸਾਨੂੰ ਜਿਹੜਾ ਹੈ ਬਹੁਤ ਵੱਡੇ ਸਰਕਾਰਾਂ ਦੇ ਪੱਧਰ ਤੇ ਸਾਡੇ ਪਰਿਵਾਰਾਂ ਦੇ ਪੱਧਰ ਤੇ, ਸਾਡੀਆਂ ਸਮਾਜਿਕ ਸੰਸਥਾਵਾਂ ਦੇ ਪੱਧਰ ਦੇ ਉੱਤੇ, ਖਾਸ ਕਰਕੇ ਧਾਰਮਿਕ ਸੰਸਥਾਵਾਂ ਦੇ ਪੱਧਰ ਦੇ ਉੱਤੇ ਵੀ ਸਾਨੂੰ ਜਿਹੜੇ ਹੈ ਬਹੁਤ ਵੱਡੀਆਂ ਕੋਸ਼ਿਸ਼ਾਂ ਕਰਨੀਆਂ ਪੈਣੀਆਂ। ਮੈਨੂੰ ਇਹ ਦੱਸੋ ਤੁਸੀਂ ਕਿ ਜਦੋਂ ਪੇਪਰ ਮੈਰਿਜ ਹੁੰਦੀ ਸੀ, ਇਸ ਦਾ ਜਾਲੀ ਮੈਰਿਜ ਕੀਤੀ ਹੈ, ਤੇ ਆਨੰਦ ਕਾਰਜ ਤਾਂ ਉਸੇ ਤਰ੍ਹਾਂ ਕਰਦੇ ਸੀ, 4 ਲਾਵਾਂ ਤਾਂ ਉਵੇਂ ਹੀ ਲੈਂਦੇ ਸੀ। ਤੇ ਤੁਸੀਂ ਜਿਹੜਾ ਹੈ ਮਤਲਬ ਅਸੀਂ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਸਰਵਉੱਚ ਦਾ ਦਰਜਾ ਦਿੰਦੇ ਹਾਂ, ਉਹਦੇ ਨਾਲ ਹੀ ਧੋਖਾ ਕਰਦੇ ਸੀ। ਹਾਂ, ਉਹਦੇ ਨਾਲ ਅਸੀਂ ਉਹਨੂੰ ਜਾਲੀ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਇੱਕ ਵਿਆਹ ਕੀਤਾ, ਫਿਰ ਉਹਨੂੰ ਅਸੀਂ ਤੋੜਿਆ। ਫਿਰ ਉਧਰ ਜਿਹੜੀ ਸਾਡੇ ਇੱਥੋਂ ਤੱਕ ਕਿ ਜਿਹੜੇ ਸਾਡੇ ਕਾਨੂੰਨ ਬਦਲੇ ਕੈਨੇਡੀਅਨ ਗਵਰਨਮੈਂਟ ਨੇ, ਤੇ ਇੱਥੋਂ ਤੱਕ ਸਾਨੂੰ ਸ਼ਰਮਸਾਰ ਹੋਣਾ ਪਿਆ। ਉੱਥੋਂ ਦੀਆਂ ਜਿਹੜੀਆਂ ਸੋਸ਼ਲ ਜਿਹੜੀ ਸਾਊਥ ਏਸ਼ੀਅਨ ਏਜੰਸੀਜ਼ ਹੈ, ਉਹਨਾਂ ਨੇ ਉਹ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਜਿਹੜੀ ਪੁਲਿਸ ਹੈ, ਸਾਡੇ ਬੈਡਰੂਮ ਦੇ ਵਿੱਚ ਘੁਸੀ ਆ ਕੇ, ਸਾਡੇ ਬੈਡਰੂਮ ਦੇ ਵਿੱਚ ਵੜੀ, ਸਾਡੇ ਦੋ ਜਿਹੜੀ ਪ੍ਰਾਈਵੇਸੀ ਹੈ ਇੱਕ ਮਰਦ ਔਰਤ ਦੀ, ਉਹਨਾਂ ਦੇ ਬੈਡਰੂਮ ਦੇ ਵਿੱਚ ਕੀ ਸੀਨ ਹੈ ਉਹਨੂੰ ਵੀ ਉਹਨਾਂ ਨੇ ਤੱਕਿਆ। ਇਸ ਤੋਂ ਵੱਡੀ ਕਿਸੇ ਵੀ ਕਮਿਊਨਿਟੀ ਲਈ ਸ਼ਰਮਸਾਰ ਹੋਣ ਵਾਲੀ ਕੋਈ ਗੱਲ ਨਹੀਂ ਹੈ। ਮਤਲਬ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਅਸੀਂ ਆਪਣੇ ਪਰਿਵਾਰਾਂ ਦੇ ਬੈਡਰੂਮ ਦੇ ਵਿੱਚ ਉੱਥੋਂ ਦੀ ਪੁਲਿਸ ਨੂੰ ਨਾ, ਜਿਹੜੀ ਨਹੀਂ ਚਾਹੁੰਦੀ ਸੀ, ਤੇ ਫਿਰ ਉਹਨਾਂ ਨੇ ਪਾਰਲੀਮੈਂਟ 'ਚ ਕਾਨੂੰਨ ਬਦਲੇ। ਸੋ ਇਹ ਸਾਰੀ ਚੀਜ਼ ਜਿਹੜੀ ਹੈ, ਇਹਦੇ ਤੇ ਇੱਥੋਂ ਦੀ ਸਰਕਾਰ ਨੂੰ, ਸਾਨੂੰ ਸਾਰਿਆਂ ਨੂੰ ਨੈੱਟ ਕੇ ਸੋਚਣ ਦੀ ਗੱਲ ਹੈ, ਕਿਉਂਕਿ ਇਹ ਕਮਿਊਨਿਟੀ ਦੇ ਮਸਲੇ ਨੇ, ਇਹ ਸਾਡੇ ਆਉਣ ਵਾਲੇ ਭਵਿੱਖ ਦੇ ਮਸਲੇ ਨੇ। ਇਹਦੇ ਵਿੱਚ ਮਾਪੇ, ਦੋਨਾਂ ਕੁੜੀ ਤੇ ਮੁੰਡੇ ਦੇ ਮਾਪੇ ਸਭ ਤੋਂ ਵੱਡੇ ਜ਼ਿੰਮੇਵਾਰ ਨੇ। ਤਾਂ ਲੱਗਦਾ ਇਹਦਾ ਕੋਈ ਜਲਦੀ ਹੱਲ ਨਿਕਲਣ ਦੀ ਕੋਈ ਪੋਸੀਬਿਲਿਟੀ ਹੈਗੀ ਹੈ ਇਹ ਸੰਕਟ ਦਾ? ਇਸ ਸੰਕਟ ਦਾ ਹੱਲ ਜਿਹੜਾ ਹੈ, ਜਿਸ ਤਰ੍ਹਾਂ ਤੁਸੀਂ ਕਿਸਾਨ ਅੰਦੋਲਨ ਦਾ ਵੱਲ ਇਸ਼ਾਰਾ ਕੀਤਾ ਸੀ, ਕਿ ਕਿਸਾਨ ਅੰਦੋਲਨ ਨੇ ਇੱਕ ਨਵਾਂ ਜਿਹੜਾ ਸੋਸ਼ਲ, ਜਿਹੜਾ ਜਿਹਨੂੰ ਅਸੀਂ ਜਿਹੜੀ ਰੈਨੇਸਾਂਸ ਜਿਹੜੀ ਗੱਲ ਕਹਿੰਦੇ ਆ, ਕਿ ਉਹਨੂੰ ਪੈਦਾ ਤਾਂ ਕੀਤਾ ਹੈ। ਪਰ ਜਿੰਨੀ ਦੇਰ ਤੱਕ ਇੱਥੋਂ ਦੀ ਸਾਡੀ ਐਜੂਕੇਸ਼ਨ,
ਇੱਥੋਂ ਦਾ ਸਾਡਾ ਆਰਥਿਕ ਸੰਕਟ, ਸਾਡਾ ਰੁਜ਼ਗਾਰ, ਖਾਸ ਕਰਕੇ ਬੇਰੁਜ਼ਗਾਰੀ ਨੂੰ ਐਡਰੈਸ ਨਹੀਂ ਕੀਤਾ ਜਾਏਗਾ। ਸਾਡੇ ਜਿੰਨੇ ਵੀ ਪਾਰਟੀਆਂ ਦੇ ਲੀਡਰ ਹੈ ਉਹ ਸਿਰਫ ਜੁਮਲੇ ਕੱਸਦੇ ਨੇ। ਉਹਦੇ ਲਈ ਸ਼ਾਰਟ ਟਰਮ ਪਲੈਨਿੰਗ ਕੀ ਹੋਵੇ, ਲੌਂਗ ਟਰਮ ਪਲੈਨਿੰਗ ਕੀ ਹੋਵੇ, ਉਹਦੇ ਬਾਰੇ ਨਹੀਂ ਸੋਚਦੇ। ਮੈਂ ਇਹ ਕਹਿਣਾ ਚਾਹਨੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਕੀ ਕਿਸੇ ਸਰਕਾਰ ਨੇ ਅੱਜ ਤੱਕ ਜੈਂਡਰ ਬਜਟਿੰਗ ਕੀਤੀ ਆਪਣੇ ਬਜਟ ਦੇ ਵਿੱਚ? ਕੀ ਯੂਥ ਦੀ ਬਜਟਿੰਗ ਕੀਤੀ? ਕੀ ਉਹਨਾਂ ਨੇ ਸਿੱਖਿਆ, ਸਿਹਤ ਤੇ ਸਾਡੀ ਸੁਰੱਖਿਆ, ਖਾਸ ਕਰਕੇ ਕੁੜੀਆਂ ਦੀ, ਉਹਨਾਂ ਦੇ ਲਈ ਬਜਟਿੰਗ ਕੀਤੀ? ਨਹੀਂ। ਉਹ ਸਿਰਫ ਟੈਂਪਰੇਰੀਲੀ ਜਦੋਂ ਇਲੈਕਸ਼ਨਾਂ ਨੇੜੇ ਆ ਜਾਂਦੀਆਂ ਉਦੋਂ ਕੁਝ ਜੁਮਲੇ ਕੱਸਦੇ ਨੇ ਤੇ ਉਹਨਾਂ ਜੁਮਲਿਆਂ ਦੇ ਰਾਹੀਂ ਉਹ ਸਾਡੇ ਜਿਹੜੇ ਮੈਂ ਤਾਂ ਭੋਲੇ ਭਾਲੇ ਲੋਕ ਕਹਾਂਗੇ, ਸਾਦੇ ਲੋਕ, ਜਿਹੜੇ ਉਸ ਜਿਹੜੀ ਵੱਡੀ ਜਿਹੜੀ ਸਾਜ਼ਿਸ਼ ਹੈ ਉਹਨੂੰ ਨਹੀਂ ਸਮਝਦੇ, ਉਹਦੇ ਵਿੱਚ ਆ ਕੇ ਵੋਟਾਂ ਪਾ ਦਿੰਦੇ ਨੇ, ਫਿਰ 5 ਸਾਲ ਉਡੀਕ ਕਰਦੇ ਨੇ। ਸੋ ਕੋਈ ਵੀ ਸਰਕਾਰ ਹੈ ਉਹਨੂੰ ਲੌਂਗ ਟਰਮ ਪਲੈਨਿੰਗ ਤੇ ਸ਼ਾਰਟ ਟਰਮ ਪਲੈਨਿੰਗ ਜਿੰਨੀ ਦੇਰ ਤੱਕ ਇਹਨੂੰ ਨਹੀਂ ਕਰਨਗੇ ਉਨੀ ਦੇਰ ਤੱਕ ਸਾਡਾ ਇਹ ਹੱਲ ਨਹੀਂ ਹੋ ਸਕਦਾ। ਅਸੀਂ ਬੜੇ ਦਾਅਵੇ ਕਰਦੇ ਹਾਂ, ਖਾਸ ਕਰਕੇ ਮੋਦੀ ਗਵਰਨਮੈਂਟ, ਕਿ ਸਾਡੇ ਕੋਲੇ 60% HR ਹੈ, ਯੂਥ ਹੈ ਤੇ ਅਸੀਂ ਸਾਰੇ ਸੰਸਾਰ ਦੇ ਵਿੱਚ ਸਾਡੇ ਕੋਲੇ ਬੜੀ ਵੱਡੀ ਤਾਕਤ ਹੈ। ਪਰ ਉਹ ਯੂਥ ਦੇ ਲਈ ਕਿਹੜੇ ਪ੍ਰੋਗਰਾਮ ਮਿੱਥੇ ਨੇ? ਖਾਸ ਕਰਕੇ ਨੌਜਵਾਨਾਂ ਦੀ ਰੁਜ਼ਗਾਰ ਦੇ ਮਸਲੇ ਲਈ ਕੀ ਗੱਲ ਕੀਤੀ ਆ? ਉਹਨਾਂ ਦੀ ਐਜੂਕੇਸ਼ਨ, ਸਾਡੀ ਐਜੂਕੇਸ਼ਨ ਜਿਹੜੀ ਹੈ ਉਹ ਡੇ ਬਾਈ ਡੇ ਉਹਦਾ ਮਿਆਰ ਗਿਰ ਰਿਹਾ ਹੈ। ਪਿੱਛੇ ਜੇ ਗੱਲ ਆਈ ਕਿ ਪੰਜਾਬ ਨੰਬਰ 1 ਹੋ ਗਿਆ ਹਿੰਦੁਸਤਾਨ ਦੇ ਵਿੱਚ। ਜੇ ਪੰਜਾਬ ਨੰਬਰ 1 ਹੈ ਤਾਂ ਦੂਸਰੇ ਪੰਜਾਬ ਦੀ ਐਜੂਕੇਸ਼ਨ ਗਲੋਬਲ ਦੇ ਐਟ ਪਾਰ ਨਹੀਂ ਹੈ, ਉਹਨਾਂ ਮਿਆਰਾਂ ਦੇ ਬਰਾਬਰ ਨਹੀਂ ਹੈ। ਤੇ ਫਿਰ ਹਿੰਦੁਸਤਾਨ ਦੀ ਜਿਹੜੀ ਐਜੂਕੇਸ਼ਨ ਦੇ ਪੱਧਰ ਦੇ ਬਾਰੇ ਆਪਾਂ ਕੀ ਗੱਲ ਕਰਾਂਗੇ? ਸੋ ਇਸ ਕਰਕੇ ਐਜੂਕੇਸ਼ਨ ਵੱਲ, ਸਾਡੀ ਸਿੱਖਿਆ, ਸਿਹਤ, ਸਹੂਲਤਾਂ ਵੱਲ, ਖਾਸ ਕਰਕੇ ਸਾਡੀਆਂ ਜਿਹੜੀਆਂ ਇੰਪਲੀਮੈਂਟਿੰਗ ਏਜੰਸੀਜ਼ ਨੇ, ਪੁਲਿਸ ਹੈ, ਕੋਰਟਾਂ ਨੇ, ਉਹਨਾਂ ਨੂੰ ਇਕੱਠੇ ਇੱਕ ਪ੍ਰੋਗਰਾਮ, ਸਾਂਝਾ ਪ੍ਰੋਗਰਾਮ ਕਰਨ ਦੀ ਲੋੜ ਹੈ। ਕੰਪਾਰਟਮੈਂਟਲਾਈਜ਼ ਕਰਕੇ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ। ਸੋ ਇਹ ਬੜੀ ਮੰਦਭਾਗੀ ਘਟਨਾ। ਸਾਡਾ ਨੌਜਵਾਨ ਇਸ ਤਰੀਕੇ ਦੇ ਨਾਲ ਉਹ ਉਸ ਮਾਨਸਿਕ ਸੰਕਟ ਦੇ ਵਿੱਚੋਂ, ਜਿਸ ਨੂੰ ਮਾਨਸਿਕ ਪੀੜਾ, ਉਹਦੇ ਵਿੱਚੋਂ ਨਿਕਲਿਆ। ਤੇ ਹੁਣ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਪਾਸੜ ਗੱਲਾਂ ਕੀਤੀਆਂ ਜਾ ਰਹੀਆਂ, ਨਾ ਉਹ ਕੈਨੇਡੀਅਨ ਸਿਸਟਮ ਨੂੰ ਸਮਝਦੇ ਆ, ਉੱਥੋਂ ਦੀਆਂ ਰਿਐਲਿਟੀਜ਼ ਨੂੰ ਸਮਝਦੇ ਆ, ਤੇ ਨਾ ਉਹ ਇੱਥੋਂ ਦੇ ਜਿਹੜੇ ਸਾਡੇ ਜਿਹੜੇ ਸਾਡੇ ਇਮੋਸ਼ਨਸ ਨੇ, ਮਾਨਸਿਕ ਤਣਾਅ ਦੇ ਇਮੋਸ਼ਨ ਜਿਹੜੇ ਸਾਡੇ ਹੁੰਦੇ ਨੇ, ਨਾ ਉਹਨਾਂ ਨੂੰ ਸਮਝਦੇ ਆ। ਅਸੀਂ ਜਾਂ ਪ੍ਰੋ ਜਿਹੜਾ ਹੈ ਜਿਹੜਾ ਆਪਣਾ ਮੁੰਡੇ ਦੇ ਪੱਖ 'ਚ ਗੱਲਾਂ ਕਰੀ ਜਾ ਰਹੇ ਹਾਂ ਜਾਂ ਕੁੜੀ ਦੇ ਪੱਖ 'ਚ, ਜਦੋਂ ਕਿ ਦੋਨੋਂ ਹੀ ਸੰਕਟ ਦਾ ਸ਼ਿਕਾਰ ਨੇ, ਮੁੰਡਾ ਵੀ ਤੇ ਕੁੜੀ ਵੀ। ਦੋਨੋਂ ਹੀ ਇੱਕ ਤਜਾਰਤੀ ਜਿਹੜੇ ਹੈ ਸੌਦੇਬਾਜ਼ੀ ਦੇ ਵਿੱਚ ਵੱਜੇ ਹੋਏ ਨੇ। ਸੋ ਇਹ ਜਦੋਂ ਵਿਆਹਾਂ ਦੇ ਵਿੱਚ ਤਜਾਰਤ ਆਏਗੀ, ਸੌਦੇਬਾਜ਼ੀ ਆਏਗੀ, ਸੱਟਾ ਲੱਗੇਗਾ, ਤੇ ਫਿਰ ਇਹ ਸੰਕਟ ਜਿਹੜਾ ਹੈ, ਇਸ ਤਰ੍ਹਾਂ ਦੇ ਸੰਕਟ ਪੈਦਾ ਹੋਣਗੇ। ਸੋ ਢਿੱਲੋਂ ਜੀ, ਤੁਹਾਡਾ ਇਸ ਸ਼ੋਅ 'ਚ ਜੋੜਨ ਲਈ ਬਹੁਤ-ਬਹੁਤ ਸ਼ੁਕਰੀਆ। ਇਹ ਮਾਮਲਾ ਛੋਟਾ ਨਹੀਂ, ਬਹੁਤ ਵੱਡਾ। ਫਿਰ ਵੀ ਅਸੀਂ ਕਿਸੇ ਇਹਦੇ ਹੋਰ ਪੱਖਾਂ ਬਾਰੇ ਫਿਰ ਕਿਸੇ ਵੇਲੇ ਚਰਚਾ ਕਰਾਂਗੇ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਤੇ ਤੁਹਾਡੇ ਕੋਲੋਂ ਆਗਿਆ ਲੈਂਦੇ। ਬਹੁਤ-ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਬਹੁਤ-ਬਹੁਤ।